ਐਮਐਲਏ ਜੀਵਨਜੋਤ ਕੌਰ ਦੇ ਨਾਲ ਤੁਹਾਡੀ ਕਿਉਂ ਖੜਕੀ ਹੈ? शी इज़ अ वेरी फ्रस्ट्रेटेड लेडी। सियासी रंजिश कढ़न वास्ते इन्होंने एक परचा, 2 परचे, 3 परचे इन्होंने कीते और इलीगल तरीके नाल इन्होंने अरेस्ट तक मेरे ब्रदर नूं इन्होंने कीता सीगा। आम आदमी पार्टी की सरकार च जे इन्हां दे विधायक ही सेफ नहीं हैगे, आम बंदे फिर की सेफ है? मजीठिया साहब का नाम लैके फेम भालना, क्योंकि उदा तो इन्हों कोई जानता नहीं। ਐਮਐਲਏ ਜੀਵਨਜੋਤ ਕੌਰ ਜਿਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਵੀ ਹਰਾ ਦਿੱਤਾ, ਉਸੇ ਸੀਟ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਹਰਾ ਦਿੱਤਾ। ਜਿਹੜੀ ਉਹ ਇੱਕ ਹਵਾ ਇਹਨਾਂ ਨੇ ਬਣਾਈ ਸੀ ਉਹਦੇ ਕਰਕੇ ਇਹ ਜਿੱਤ ਗਏ ਨੇ, ਤੁੱਕੇ ਲੱਗੇ ਨੇ। ਉਹ ਭੁੱਲ ਜਾਂਦੇ ਉਹ ਮੁੱਖ ਮੰਤਰੀ ਆ, ਪਰ ਪਹਿਲਾਂ ਉਹਨਾਂ ਦਾ ਪਿਛੋਕੜ ਯਾਦ ਰੱਖਿਆ ਕਰੋ। ਕਲਾਕਾਰ ਨੇ, ਉਹ ਕਿਹੜੇ ਵੇਲੇ ਕਿਹੜੀ ਐਕਟਿੰਗ ਕਰ ਜਾਂਦੇ ਆ ਕਿਸੇ ਨੂੰ ਪਤਾ ਨਹੀਂ ਲੱਗਦਾ। ਨਹੀਂ, ਇਹਨਾਂ ਦੇ ਦੋਗਲੇ ਚਿਹਰੇ ਨੇ ਕਿ ਕਦੀ ਤਾਂ ਮੰਨੋ ਕਿ ਪੁਰਾਣੀਆਂ ਸਰਕਾਰਾਂ ਨੇ ਕੁਛ ਕੀਤਾ ਹੈ। ਇੱਕੋ ਇੱਕ ਪ੍ਰਾਪਤੀ ਇਹਨਾਂ ਦੀ, ਉਹ ਹੈ ਇਸ਼ਤਿਹਾਰ ਲਾਉਣਾ। ਅਸੀਂ ਤਾਂ ਪ੍ਰਚਾਰਾਂਗੇ ਕਿਉਂਕਿ ਪਿਛਲਿਆਂ ਨੇ ਕੀਤਾ ਨਹੀਂ, ਅਸੀਂ ਚੰਗਾ ਕੀਤਾ, ਅਸੀਂ ਕਰਾਂਗੇ ਪ੍ਰਚਾਰ। ਮੈਂ ਕਹਿੰਦੀ ਮੀਡੀਆ ਦੀ ਤਾਂ ਚਾਂਦੀ ਹੋਈ ਪਈ ਹੈ ਇਹਨਾਂ ਦਿਨਾਂ ਦੇ ਵਿੱਚ। ਤੇ ਸੇਵਾ ਕੇਂਦਰ ਬੰਦ ਹੋਏ ਆ, ਉਹ ਕੰਮ ਕਿੱਥੋਂ ਕਰਨੇ ਆ? ਉਹ ਡਾਕਟਰਾਂ ਨੇ ਸੇਵਾ ਕੇਂਦਰ ਦੇ ਹੁਣ ਫਾਰਮ ਭਰਨੇ ਆ ਤੇ ਸਾਰਾ ਕੰਮ ਕਰਨਾ ਹੈ। ਪ੍ਰੈਸ ਕਾਨਫਰੰਸ ਕਰਨ ਦਾ ਇੱਕ ਢਕਵੰਜ ਫੜਿਆ ਹੋਇਆ ਵਾ, ਉਹ ਬਹਿ ਜਾਂਦੇ ਸਾਰੇ ਜਾਣੇ ਇਕੱਠੇ ਹੋ ਕੇ ਮਜਮਾ ਲਾ ਲੈਂਦੇ ਆ। SIT ਨੂੰ ਲਿਖ ਕੇ ਵੀ ਭੇਜਿਆ ਪ੍ਰਧਾਨ ਸਾਹਿਬ ਨੇ ਕਿ ਜੇ ਮੇਰੀ ਕਿਤੇ ਲੋੜ ਆ ਤਾਂ ਮੈਨੂੰ ਦੁਬਾਰਾ ਸੰਮਨ ਕਰੋ। ਮੈਨੂੰ ਤੇ ਆ ਇਹਨਾਂ ਦਾ ਹਾਲ ਹੈ, ਇਹਨਾਂ ਦੇ ਕੁਛ ਪੱਲੇ ਹੈ ਨਹੀਂ ਆ, ਬਸ ਇੱਦਾਂ ਕਿੱਦਾਂ ਕਰਕੇ ਜਿੱਦਾਂ ਹੁਣ ਇਹਨਾਂ ਨੇ ਆਪ ਦਾ 5 ਸਾਲ ਟਪਾਉਣੇ ਆ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨੌਜਵਾਨ ਚਿਹਰੇ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, BJP ਹੋਵੇ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ, ਚਾਹੇ ਉਹ ਖੱਬੀਆਂ ਧਿਰਾਂ ਹੋਣ। ਨੌਜਵਾਨ ਲੀਡਰ ਉੱਭਰਨ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੀਆਂ ਅੰਦਰੋਂ ਅੰਦਰੀ ਗੱਲਾਂ ਚੱਲਦੀਆਂ ਨੇ ਜਿਸ ਕਰ ਅੱਗੇ ਮੌਕੇ ਨਹੀਂ ਮਿਲਦੇ, ਪਰ ਇੱਕ ਚਿਹਰਾ ਸ਼੍ਰੋਮਣੀ ਅਕਾਲੀ ਦਲ ਦਾ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਸੋਈ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਰੂਪ ਕੌਰ ਸੰਧੂ, ਯੂਥ ਅਕਾਲੀ ਦਲ ਦੇ ਲੀਡਰ ਨੇ। ਉਹ ਸਾਡੇ ਨਾਲ ਨੇ, ਕੁਝ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਐਮਐਲਏ ਜੀਵਨਜੋਤ ਕੌਰ ਦੇ ਨਾਲ ਪੰਗਾ ਕਿਸ ਗੱਲ ਕਰਕੇ ਪਿਆ ਸੀ, ਉਸ ਤੋਂ ਬਾਅਦ ਇਹਨਾਂ ਤੇ ਪਰਚੇ ਹੋਏ, ਫਿਰ ਉਹਨਾਂ ਵਿੱਚੋਂ ਬਰੀ ਹੋਣਾ ਤੇ ਹੁਣ ਕਿੱਥੇ ਤੱਕ ਗੱਲ ਪਹੁੰਚੀ, ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਰੂਪ ਜੀ, ਤੁਹਾਡੇ ਤੋਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਐਮਐਲਏ ਜੀਵਨਜੋਤ ਕੌਰ ਦੇ ਨਾਲ ਤੁਹਾਡੀ ਕਿਉਂ ਖੜਕੀ ਹੈ? देखो ਇਹਨਾਂ ਦੇ ਕੋਲ ਖੜਕਾਉਣ ਤੋਂ ਇਲਾਵਾ ਹੈ ਕਿ ਆਮ ਆਦਮੀ ਪਾਰਟੀ ਕੋ ਪਹਿਲਾਂ ਕਾਂਗਰਸ ਇਹ ਕੁਛ ਕਰਦੀ ਸੀ, ਬਦਲੇ ਦੀ ਰਾਜਨੀਤੀ, ਝੂਠੇ ਪਰਚੇ ਪਾ ਦੇਣੇ, ਹੁਣ ਇਹ ਵੀ ਉਹਨਾਂ ਦੇ ਨਕਸ਼ੇ ਕਦਮ ਤੋਂ ਹੀ ਤੁਰੇ ਹੋਏ ਨੇ। ਤੇ ਗੱਲ ਕੋਈ ਏਡੀ ਖਾਸ ਨਹੀਂ ਹੈਗੀ। ਵੈਸੇ ਮੈਂ ਇਸ ਲੇਡੀ ਨੂੰ ਜ਼ਿਆਦਾ ਤਵੱਜੋ ਦੇਣਾ ਨਹੀਂ ਚਾਹੂੰਗੀ। ਚਲੋ ਤੁਸੀਂ ਸਵਾਲ ਹੁਣ ਮੈਨੂੰ ਕਰ ਲਿਆ ਹੈ, ਬਿਕੋਜ਼ ਸ਼ੀ ਇਜ਼ ਅ ਵੈਰੀ ਫਰਸਟ੍ਰੇਟਡ ਲੇਡੀ। ਤੇ ਗੱਲ ਇਹ ਸੀ ਕਿ ਕੁਛ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਹਰ ਕਿਸੇ ਦੇ IT ਸੈੱਲ ਬਣੇ ਹੋਏ ਆ, ਗਾਲਾਂ ਕੱਢਦੇ ਆ, ਜਿਹਦੀ ਕਿ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਕੀਤੀ ਔਰ ਉਹ ਸਾਰੇ ਕਰਦੇ ਆ, ਇੱਕ ਦੂਸਰੀ ਪਾਰਟੀ ਨੂੰ ਆਪਣੇ ਨੂੰ ਸਪੋਰਟ ਕਰਦੇ ਆ। ਉਹਦੇ ਵਿੱਚ ਇਹਨਾਂ ਦੇ ਕੋਈ ਫੋਟੋ ਸੀ ਜਿਹਦੇ ਥੱਲੇ ਕੋਈ ਟਿੱਪਣੀ ਹੋਈ ਹੈ, ਉਹਦਾ ਕੋਈ ਪ੍ਰੂਫ ਨਹੀਂ ਹੈ ਕਿ ਉਹ ਅਸੀਂ ਕੀਤੀ ਹੈ ਜਾਂ ਅਕਾਲੀ ਦਲ ਵੱਲੋਂ ਹੋਈ ਹੈ ਜਾਂ ਸਾਡੇ ਮਤਲਬ ਮੇਰੇ ਸਪੈਸ਼ਲੀ ਮੈਨੂੰ ਜਿੱਥੇ ਟਾਰਗੇਟ ਇਹਨੇ ਕੀਤਾ ਹੈ ਕਿ ਮੇਰੇ ਵੱਲੋਂ ਜਾਂ ਮੇਰੀ ਫੈਮਿਲੀ ਵੱਲੋਂ ਹੋਈ ਹੈ। ਕੋਈ ਇਹਦਾ ਪ੍ਰੂਫ ਨਹੀਂ ਸੀ, ਕੁਛ ਨਹੀਂ ਸੀ। ਇਹਨਾਂ ਨੇ ਜ਼ਿੱਦ ਰੀਸਟ ਸਿਆਸੀ ਰੰਜਿਸ਼ ਕੱਢਣ ਵਾਸਤੇ ਇਹਨਾਂ ਨੇ 1 ਪਰਚਾ, 2 ਪਰਚੇ, 3 ਪਰਚੇ ਇਹਨਾਂ ਨੇ ਕੀਤੇ ਔਰ ਇਲੀਗਲ ਤਰੀਕੇ ਨਾਲ ਇਹਨਾਂ ਨੇ ਅਰੈਸਟ ਤੱਕ ਮੇਰੇ ਬ੍ਰਦਰ ਨੂੰ ਇਹਨਾਂ ਨੇ ਕੀਤਾ ਸੀਗਾ, ਜਿਹਦਾ ਮੈਂ ਲਾਈਵ ਉਸੇ ਵੇਲੇ ਮੈਂ ਦਿਖਾ ਦਿੱਤਾ ਸੀ ਸਾਰਿਆਂ ਦੇ। ਤੇ ਉੱਥੋਂ ਇਹ ਸਾਰੀ ਗੱਲ ਤੁਰੀ। ਹੁਣ ਜਦੋਂ ਜਾ ਕੇ ਜੱਜ ਸਾਹਿਬ ਅੱਗੇ ਪੇਸ਼ ਹੋਇਆ ਔਰ ਉੱਥੇ ਕੋਈ ਇਹਨਾਂ ਦੇ ਵੱਲੋਂ ਤਾਂ ਪਹਿਲਾਂ ਕੋਈ ਆਉਂਦਾ ਹੀ ਨਹੀਂ ਰਿਹਾ ਤੇ ਉੱਥੇ ਕੋਈ ਸਬੂਤ ਨਹੀਂ, ਕੁਛ ਨਹੀਂ, ਤੇ ਫਿਰ ਕੋਰਟ ਨੇ ਆਪਣਾ ਸਮਾਂ ਥੋੜੀ ਖਰਾਬ ਕਰਨਾ। ਸੋਸ਼ਲ ਮੀਡੀਆ ਦੀ ਇੱਕ ਟਿੱਪਣੀ ਆ ਜਿਹੜੀ ਉਹ ਥਾਣਿਆਂ ਕਚਹਿਰੀਆਂ 'ਚ ਗੱਲਾਂ ਲੈ ਜਾਂਦੀ ਆ। ਉਹ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਦੋਂ ਇਲੈਕਸ਼ਨ ਹੋ ਗਏ, ਸੱਤਾ ਵਿੱਚ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ, ਉਦੋਂ ਬਾਅਦ ਦੀਆਂ ਗੱਲਾਂ ਨੇ? ਜੀ ਬਿਲਕੁਲ। ਜਦੋਂ ਇਹ ਜਿੱਤ ਚੁੱਕੇ ਆ ਉਸ ਤੋਂ ਬਾਅਦ ਦੀ ਇਹ ਸਾਰੀ ਗੱਲ ਹੈ। 2-3 ਮਹੀਨੇ ਹੋਏ ਹੋਣੇ ਆ। ਮੇਰਾ ਸਾਰਾ ਰਿਕਾਰਡ ਜਿਹੜਾ ਫੇਸਬੁੱਕ ਤੇ ਵੀ ਲਾਈਵ 'ਚ ਵੀ ਹੈਗਾ ਔਰ ਇਹਨਾਂ ਦੇ ਜਿੱਤਣ ਤੋਂ ਬਾਅਦ ਇਹ ਚੀਜ਼ ਹੋਈ ਹੈ ਜਦੋਂ ਵਿਧਾਇਕ ਬਣ ਗਏ ਸੀ ਤੇ ਜਿਹੜੀ ਸੱਤਾ ਦਾ ਨਸ਼ਾ ਸਿਰ ਚੜ੍ਹ ਚੁੱਕਾ ਸੀ, ਇਹ ਉਦੋਂ ਹੋਇਆ। ਤੇ ਜਿਹੜੇ ਪਰਚੇ ਪਵਾਏ ਗਏ ਕੀ ਉਹਨਾਂ ਵੱਲੋਂ ਬਾਏ ਨੇਮ ਪਵਾਏ ਗਏ ਸੀ ਤੁਹਾਡੇ ਤੇ? ਜੀ ਬਾਏ ਨੇਮ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਹੈ ਜੀ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਮੈਨੂੰ ਹਾਸਾ ਆ ਰਿਹਾ ਹੁਣ ਇਸ ਚੀਜ਼ ਦਾ ਕਿ ਸਰਕਾਰ ਇਹਨਾਂ ਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜੇ ਇਹਨਾਂ ਦੇ ਵਿਧਾਇਕ ਹੀ ਸੇਫ ਨਹੀਂ ਹੈਗੇ, ਆਮ ਬੰਦੇ ਫਿਰ ਕੀ ਸੇਫ ਹੈ? ਪਹਿਲਾਂ ਤਾਂ ਇਹਨਾਂ ਨੂੰ ਇਹ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਕਿ ਇਹਨਾਂ ਨੇ ਜੇ ਸਿਕਿਉਰਿਟੀ ਲੈਣੀ ਸੀ ਤੇ ਵੈਸੇ ਕਹਿੰਦੇ ਇਹਨਾਂ ਦੀ ਸਰਕਾਰ ਹੈ, ਮੁੱਖ ਮੰਤਰੀ ਇਹਨਾਂ ਦਾ ਹੈ, ਜਿਹਦੇ ਲਈ ਇੰਨਾ ਪ੍ਰਚਾਰ ਕਰਦੇ ਰਹੇ, ਇਹਨਾਂ ਦੇ ਗਲੇ ਫਾੜ ਕੇ ਉੱਥੇ ਬੋਲ ਕੇ ਆਏ ਆ ਉਹਨਾਂ ਲਈ। ਉਹਨਾਂ ਨੂੰ ਉੱਦਾਂ ਕਹਿਣ ਕਿ ਮੈਨੂੰ ਸਿਕਿਉਰਿਟੀ ਚਾਹੀਦੀ ਹੈ।
ਇਹੋ ਜਿਹੇ ਬਹਾਨੇਬਾਜ਼ੀਆਂ ਕਰਕੇ ਅਕਾਲੀ ਦਲ ਨੂੰ ਟਾਰਗੇਟ ਕਰਨਾ ਔਰ ਸਪੈਸ਼ਲੀ ਮਜੀਠੀਆ ਸਾਹਿਬ ਦਾ ਨਾਂ ਲੈ ਕੇ ਫੇਮ ਭਾਲਣਾ, ਕਿਉਂਕਿ ਉੱਦਾਂ ਤਾਂ ਇਹਨਾਂ ਨੂੰ ਕੋਈ ਜਾਣਦਾ ਨਹੀਂ। ਤੁਹਾਨੂੰ ਵੀ ਪਤਾ ਹੋਊਗਾ, ਲੋਕਾਂ ਨੇ ਸਰਚ ਕਰ ਕਰਕੇ ਦੇਖਿਆ ਕਿ ਫਲਾਣਾ ਕਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਕਿੱਥੋਂ ਜਿੱਤਿਆ, ਇਹਨਾਂ ਦਾ ਕਿਸੇ ਨੂੰ ਪਤਾ ਹੀ ਕੁਝ ਨਹੀਂ ਸੀਗੀ। ਤੇ ਇਹਨਾਂ ਨੇ ਇਸ ਤਰੀਕੇ ਨਾਲ ਫੇਮ ਵੀ ਲਿਆ ਔਰ ਕਹਿ ਲਓ ਕਿ ਰੰਜਿਸ਼ਾਂ ਵੀ ਕੱਢੀਆਂ। ਤੇ ਕੁੱਲ ਮਿਲਾ ਕੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਕਿ ਇਹਨਾਂ ਨੂੰ ਜੇ ਸਿਕਿਉਰਿਟੀ ਚਾਹੀਦੀ ਸੀ, ਇਹ ਆਪਣੀ ਸਰਕਾਰ ਨੂੰ ਹੁਣ ਹੀ ਕਹਿ ਦੇਣ। ਅਸੀਂ ਜੇ ਸਾਡੀ ਸਰਕਾਰ ਹੁੰਦੀ ਅਸੀਂ ਤਾਂ ਇੱਕ ਧੀ ਭੈਣ ਹੋਣ ਦੇ ਨਾਤੇ ਹੀ ਕਹਿ ਦਿੰਦੇ ਕਿ ਚਲੋ ਇਹਨੂੰ ਸਿਕਿਉਰਿਟੀ ਦੇ ਦਿਓ। ਹੁਣ ਇਹ ਮੁੱਖ ਮੰਤਰੀ ਸਾਹਿਬ ਲਈ ਮੈਂ ਕੱਲ ਵੀ ਦੇਖਿਆ ਹੈ, ਉੱਥੇ ਜਦੋਂ ਗਏ ਨੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ, ਉੱਥੇ ਵੀ ਇਹਨਾਂ ਨੇ ਬੈਨਰ ਲਵਾਏ ਹੋਏ ਆ ਤੇ ਉੱਥੇ ਵੀ ਇਹਨਾਂ ਨੇ ਮਤਲਬ ਪੂਰਾ ਉਹਨਾਂ ਨੂੰ ਪੈਂਪਰ ਕਰਨ ਵਾਸਤੇ, ਜਿੱਥੋਂ ਆ ਕਿ ਇੰਨੇ ਪੜ੍ਹੇ ਲਿਖੇ ਆ, ਸਪੈਲਿੰਗ ਤੱਕ ਵੀ ਗਲਤ ਲਿਖਾਏ ਹੋਏ ਇਹਨਾਂ ਨੇ ਬੈਨਰਾਂ ਤੇ ਆ ਇਹਨਾਂ ਦਾ ਹਾਲ ਹੈ। ਇਹਨਾਂ ਦੇ ਕੁਝ ਪੱਲੇ ਹੈ ਨਹੀਂ ਆ, ਬਸ ਇਦਾਂ ਕਿੱਦਾਂ ਕਰਕੇ ਜਿੱਦਾਂ ਹੁਣ ਇਹਨਾਂ ਨੇ ਆਪ ਦਾ 5 ਸਾਲ ਟਪਾਉਣੇ ਆ। ਜਿਵੇਂ ਤੁਸੀਂ ਕਿਹਾ ਕਿ ਉਹ ਵਿਕਰਮ ਮਜੀਠੀਆ ਦਾ ਨਾਂ ਲੈ ਕੇ ਆਪਣੇ ਆਪ ਨੂੰ ਉੱਚਾ ਕਰਨਾ ਚਾਹੁੰਦੇ ਸੀ, ਪਰ ਉਹੀ ਕੈਂਡੀਡੇਟ ਨੇ ਐਮਐਲਏ ਜੀਵਨਜੋਤ ਕੌਰ, ਜਿਨ੍ਹਾਂ ਨੇ ਵਿਕਰਮ ਮਜੀਠੀਆ ਨੂੰ ਵੀ ਹਰਾ ਦਿੱਤਾ, ਉਸੇ ਸੀਟ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਹਰਾ ਦਿੱਤਾ। ਔਰ ਇਹ ਜਿਹੜੀ ਗੱਲ ਹੈ ਛੋਟੀ ਨਹੀਂ ਹੈ, ਇਸ ਕਰਕੇ ਸਿਆਸੀ ਕੱਦ ਉਹਨਾਂ ਦਾ ਵੱਡਾ ਦੇਖਿਆ ਜਾ ਰਿਹਾ ਸੀ, ਇਸ ਕਰਕੇ ਤਾਂ ਉਹ ਆਪਣੇ ਆਪ ਵਿੱਚ ਨਾਮ ਖੱਟ ਲਿਆ ਨਾ ਉਹਨਾਂ ਨੇ। ਦੇਖੋ ਕੋਈ ਸਿਆਸੀ ਕੱਦ ਵੱਡਾ ਨਹੀਂ ਸੀ ਇਹਨਾਂ ਦਾ, ਇਹਨਾਂ ਨੇ ਹਰਾ ਦਿੱਤਾ। ਖਾਸ ਕਰਕੇ ਮੈਂ ਬੜੀ ਵਾਰ ਦੇਖਿਆ ਕਿ ਇਹਨਾਂ ਦਾ ਹੰਕਾਰ ਬੋਲਦਾ ਹੈ ਕਿ ਉਹਨੂੰ ਹਰਾਤਾ, 2 ਵੱਡੇ ਹਾਥੀ ਹਰਾਤੇ, ਤਾਂ ਹੀ ਉਹ ਫੋਟੋ 'ਚ ਮੁੱਕੇ ਮਾਰ ਰਹੀ ਹੈ ਨਾ। ਔਰ ਜਦ ਕਿ ਮੈਂ ਇਹ ਪਰਸਨਲੀ ਕਹਿਣਾ ਚਾਹੂੰਗੀ ਕਿ ਇੱਕ ਸਿੱਖ ਪਗੜੀ ਧਾਰੀ ਬੰਦੇ ਆ ਤੇ ਤੂੰ ਜਿਸ ਤਰ੍ਹਾਂ ਦੀ ਉਹ ਅਸ਼ਲੀਲ ਜੀ ਫੋਟੋ ਕਾਰਟੂਨ ਜਿਹਾ ਬਣਾਇਆ ਸੀ, ਵੈਸੇ ਵੀ ਜਿੱਦਾਂ ਦਾ ਤੁਹਾਡਾ ਕੱਦ ਐਜ਼ ਅ ਵਿਧਾਇਕ, ਉਹ ਵੀ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਇਹਨਾਂ ਦੇ ਖੁਦ ਦੇ ਕਈ ਮੇਰੇ ਐਮਐਲਏਜ਼ ਇਹਨਾਂ ਦੇ ਸਾਡੇ ਕੰਟੈਕਟ 'ਚ ਹੁੰਦੇ, ਕਦੀ ਸਤਿ ਸ੍ਰੀ ਅਕਾਲ ਹੋ ਜਾਂਦੀ ਕਿਤੇ, ਉਹਨਾਂ ਨੇ ਵੀ ਬੜਾ ਇਤਰਾਜ਼ ਜਤਾਇਆ ਕਿ ਸਾਡੀ ਪਾਰਟੀ ਦੀ ਐਮਐਲਏ ਇਹ ਹਰਕਤ ਕਰ ਰਹੀ ਹੈ, ਇਹ ਬਿਲਕੁਲ ਸਿੰਸੀਅਰ ਨਹੀਂ ਹੈ, ਇਮੈਚਿਓਰ ਬਿਹੇਵੀਅਰ ਹੈ। ਇਹ ਟਿੱਪਣੀ ਸੀ ਉਹਨਾਂ ਦੀ। ਤੇ ਖੈਰ ਮੈਂ ਜ਼ਿਆਦਾ ਇਸ ਮੁੱਦੇ ਤੇ ਇਹਨਾਂ ਦਾ ਕਰਨਾ ਨਹੀਂ ਚਾਹੂੰਗੀ ਕਿ ਬੜਾ ਹਰਾ ਦਿੱਤਾ ਹੈ। ਦੇਖੋ ਹਰਾਇਆ ਲੋਕਾਂ ਨੇ ਹਰਾਇਆ, ਇੰਨੇ ਨਹੀਂ ਕੁਝ ਹਰਾਤਾ। ਜਾਂ ਤੇ ਹੋਵੇ ਨਾ ਬੜਾ ਕੋਈ ਪੁਰਾਣਾ ਇਹਨਾਂ ਦਾ ਸਿਆਸੀ, ਤੁਸੀਂ ਇੱਕ ਸਫ਼ਰ ਕੱਢ ਲਓ ਜੀ, ਬੜੀ ਵਾਰ ਚੋਣਾਂ ਲੜੀਆਂ ਜਾਂ ਹਾਰੇ ਜਾਂ ਜਿੱਤੇ ਜਾਂ ਕੁਝ ਇਹਨਾਂ ਨੇ ਕੀਤਾ ਹੋਵੇ, ਅਚੀਵਮੈਂਟਸ ਇਹਨਾਂ ਦੀਆਂ ਕੋਈ ਸਿਆਸੀ ਅਚੀਵਮੈਂਟਸ ਹੋਣ, ਤਾਂ ਮੈਂ ਇਹਨਾਂ ਨੂੰ ਇੱਕ ਗੱਲ ਕਰਦੇ ਵੀ ਚੰਗੇ ਲੱਗਦੇ ਕਿ ਇਹਨਾਂ ਨੇ ਹਰਾ ਦਿੱਤਾ। ਲੋਕਾਂ ਨੇ ਇੱਕ ਟਾਇਰ ਪੰਚਰ ਨੂੰ, ਜਿਹੜਾ ਉਹ ਸਾਈਕਲ ਰਿਪੇਅਰ ਵਾਲੇ ਨੂੰ ਜਿਤਾ ਦਿੱਤਾ, ਮੋਬਾਈਲ ਰਿਪੇਅਰ ਵਾਲੇ ਨੂੰ ਜਿਤਾ ਦਿੱਤਾ। ਤੇ ਉਹਦੇ ਨਾਲ ਤੁਸੀਂ ਕੀ ਕੰਪੈਰੀਜ਼ਨ ਤੁਸੀਂ ਕਰ ਰਹੇ ਹੋ ਕਿ ਤੁਸੀਂ ਕਹਿ ਲਓ ਮਜੀਠੀਆ ਸਾਹਿਬ ਨੂੰ ਹਰਾਤਾ ਜਾਂ ਨਵਜੋਤ ਸਿੱਧੂ ਨੂੰ ਹਰਾ ਦਿੱਤਾ। ਲੋਕਾਂ ਨੇ ਹਰਾਇਆ, ਜਿਹੜੀ ਉਹ ਇੱਕ ਹਵਾ ਇਹਨਾਂ ਨੇ ਬਣਾਈ ਸੀ, ਉਹਦੇ ਕਰਕੇ ਇਹ ਜਿੱਤ ਗਏ ਨੇ, ਤੁੱਕੇ ਲੱਗੇ ਨੇ। ਜਿਹੜੀ ਤੁਸੀਂ ਤੁੱਕੇ ਦੱਸਦੇ ਹੋ ਕਿ 5-6 ਮਹੀਨਿਆਂ ਦੀ ਸਰਕਾਰ ਹੁਣ ਤੱਕ ਪੰਜਾਬ ਦੇ ਵਿੱਚ ਰੂਲ ਕਰ ਚੁੱਕੀ ਆ ਆਮ ਆਦਮੀ ਪਾਰਟੀ। ਦਿੱਲੀ ਦਾ ਮਾਡਲ ਇਹਨਾਂ ਨੇ ਇੱਥੇ ਪ੍ਰਚਾਰਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਇੱਕ ਇੱਕ ਕਰਕੇ ਗਣਾਈਆਂ। ਭਗਵੰਤ ਮਾਨ ਕਹਿੰਦੇ ਕਿ ਇਸ ਤੋਂ ਪਹਿਲਾਂ ਸਿਹਤ ਢਾਂਚੇ ਨੂੰ ਸੁਧਾਰਨ ਦੇ ਲਈ ਕੋਈ ਨਹੀਂ ਸੀ, ਹੁਣ ਅਸੀਂ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ। ਇਸੇ ਤਰ੍ਹਾਂ ਹੋਰ ਬੜੀਆਂ ਪ੍ਰਾਪਤੀਆਂ। ਇਸ 6 ਮਹੀਨਿਆਂ ਦੇ ਵਿੱਚ ਤੁਸੀਂ ਸਰਕਾਰ ਦੀ ਕਿਹੜੀ ਪ੍ਰਾਪਤੀ ਨੂੰ ਠੀਕ ਮੰਨਦੇ ਹੋ? ਇੱਕੋ ਇੱਕ ਪ੍ਰਾਪਤੀ ਇਹਨਾਂ ਦੀ, ਉਹ ਹੈ ਇਸ਼ਤਿਹਾਰ ਲਾਉਣੇ। ਬਹੁਤ ਇਸ਼ਤਿਹਾਰ ਇਹਨਾਂ ਨੇ, ਮੈਂ ਕਹਿੰਦੀ ਮੀਡੀਆ ਦੀ ਤਾਂ ਚਾਂਦੀ ਹੋਈ ਪਈ ਹੈ ਇਹਨਾਂ ਦਿਨਾਂ ਦੇ ਵਿੱਚ। ਇਸ਼ਤਿਹਾਰ ਲਾਉਂਦੇ ਨੇ, ਕੋਈ ਕੰਮ ਕੀ ਕੰਮ ਇਹਨਾਂ ਨੇ ਕੀਤਾ? ਮੁਹੱਲਾ ਕਲੀਨਿਕ ਦੀ ਗੱਲ ਕਰਦੇ ਆ, 100 ਵਾਰ ਅਸੀਂ ਕਹਿ ਚੁੱਕੇ ਆ ਕਿ ਮੁਹੱਲਾ ਕਲੀਨਿਕ ਕਿੰਨੇ ਬਣਾਏ ਆ? ਸੇਵਾ ਕੇਂਦਰ ਸੀ ਉਹ। ਸੇਵਾ ਕੇਂਦਰ ਦੀ ਜ਼ਮੀਨ ਤੇ 20-20 ਲੱਖ ਰੁਪਏ ਦੇ ਰੰਗ ਰੋਗਨ ਕਰਾ ਰਹੇ ਆ। 20 ਲੱਖ ਰੁਪਏ ਰੰਗ ਰੋਗਨ ਤੇ ਲੱਗਦਾ ਹੈ ਪੇਂਟ ਕਰਨ ਦੇ ਉੱਤੇ। ਸਾਰਾ ਕੁਝ ਸਟਰਕਚਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵੇਲੇ ਆਲਰੇਡੀ ਕੀਤਾ ਸੀ। ਔਰ ਕੀ ਇਹ 70-80 ਮੁਹੱਲਾ ਕਲੀਨਿਕ ਬਣਾ ਕੇ ਇਹ ਕੀ ਪੰਜਾਬ 'ਚ ਸਾਬਿਤ ਕਰਨਾ ਚਾਹੁੰਦੇ ਆ? ਪੰਜਾਬ ਦੇ ਵਿੱਚ ਤੇ 12,000 ਤੋਂ ਉੱਤੇ ਤਾਂ ਪਿੰਡ ਹੀ ਨੇ, ਤੇ ਜੇ ਮੁਹੱਲੇ ਗਿਣਨ ਲੱਗ ਜਾਓਗੇ ਤੇ ਉਹ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵੱਧ ਜਾਣੇ ਆ। ਤੇ ਘੱਟੋ ਘੱਟ ਕੋਈ 2-2.5 ਲੱਖ ਮੁਹੱਲਾ ਕਲੀਨਿਕ ਬਣਾਉਣ। ਫਿਰ 80 ਮੁਹੱਲਾ ਕਲੀਨਿਕ ਬਣਾ ਕੇ ਕੀ ਦਿੱਲੀ ਦਾ ਕੀ ਮਾਡਲ ਹੈ? ਸਾਡੇ ਤਾਂ ਸਮਝ ਤੋਂ ਬਾਹਰ ਹੈ ਇਹਨਾਂ ਦੇ ਇਹੋ ਜਿਹੇ ਮਾਡਲ। ਸਾਡੀਆਂ ਚੀਜ਼ਾਂ ਨੂੰ ਕਦੀ ਐਕਸੈਪਟ ਨਹੀਂ ਕਰਨਾ ਇਹਨਾਂ ਨੇ ਕਿ ਅਸੀਂ ਆਹ ਕੀਤਾ ਹੈ, ਅਕਾਲੀ ਦਲ ਨੇ ਆਹ ਕੀਤਾ ਜਾਂ ਪੁਰਾਣੀਆਂ ਸਰਕਾਰਾਂ ਨੇ ਆਹ ਕੀਤਾ ਹੈ। ਪਰ ਜਦੋਂ ਇਹ ਉਹਨੂੰ ਮੈਨੂਪਲੇਟ ਕਰਕੇ, ਰੰਗ ਰੋਗਨ ਕਰਕੇ ਜਾਂ ਆਪਣਾ ਬਣਾ ਕੇ ਦਿਖਾਉਣਾ ਚਾਹੁੰਦੇ ਆ, ਉਦੋਂ ਆਪਦਾ ਨਾਂ ਕਰ ਲੈਂਦੇ ਆ। ਇਹਨਾਂ ਨੂੰ ਪੁੱਛੋ ਕਿ ਪਹਿਲਾਂ ਉਹ ਬੇਸ ਸਥਾਪਿਤ ਕਿਹਨੇ ਕੀਤਾ? ਸੇਵਾ ਕੇਂਦਰ ਬਣਾਏ ਅਸੀਂ, ਉੱਤੇ ਤੁਸੀਂ ਉਹਨਾਂ ਨੂੰ ਰੰਗ ਰੋਗਨ ਕਰਕੇ ਮੁਹੱਲਾ ਕਲੀਨਿਕ ਬਣਾਤਾ, ਕੀ ਅਚੀਵਮੈਂਟ ਹੈ? ਉਹ ਕਹਿੰਦੇ ਉੱਥੇ ਤਾਂ ਬੰਦ ਹੋ ਗਏ ਸੀ ਕਈ, ਉੱਥੇ ਗਾਵਾਂ ਆਵਾਰਾ ਪਸ਼ੂ ਆ ਕੇ ਬਹਿੰਦੇ ਸੀ, ਬਹੁਤ ਸਾਰਾ ਗੰਦ ਪੈ ਗਿਆ ਸੀ, ਅਸੀਂ ਤਾਂ ਉਹਨੂੰ ਵਰਤਿਆ। ਨਹੀਂ ਵਰਤਿਆ ਤੇ ਫਿਰ ਸੇਵਾ ਕੇਂਦਰ ਹੀ ਵਰਤ ਲੈਂਦੇ। ਜੇ ਇੰਨੀਆਂ ਗਾਵਾਂ ਮੱਝਾਂ ਸੀ ਤੇ ਉੱਥੇ ਕਿਉਂ ਨਹੀਂ ਫਿਰ ਕੋਈ ਮਤਲਬ ਕੰਮ ਡੱਕਾ ਨੇ ਤੋੜ ਕੇ ਦੂਰਾ ਕਰਨਾ ਇਹਨਾਂ ਨੇ? ਜੇ ਉੱਥੇ ਕੁਝ ਇਹੋ ਜਿਹੀ ਐਕਟੀਵਿਟੀਜ਼ ਹੋ ਰਹੀਆਂ ਸੀ ਤੇ ਉਹਦੇ ਤੇ ਕਿਉਂ ਨਹੀਂ ਕੰਮ ਹੋਇਆ? ਉਹਨੂੰ ਸੁਧਾਰ ਕਰਦੇ। ਸੇਵਾ ਕੇਂਦਰ ਜੋ ਕੰਮ ਕਰ ਸਕਦਾ ਉਹ ਸੇਵਾ ਕੇਂਦਰ ਨੇ ਕਰਨਾ ਹੈ। ਮੁਹੱਲੇ ਕਲੀਨਿਕ ਡਾਕਟਰਾਂ ਨੇ ਜੋ ਕੰਮ ਕਰਨਾ ਉਹਨਾਂ ਨੇ ਕਰਨਾ ਹੈ। ਸੇਵਾ ਕੇਂਦਰ ਦਾ ਕੰਮ ਕਲੀਨਿਕ ਥੋੜੀ ਕਰ ਸਕਦਾ ਹੈ। ਹੁਣ ਜਿੱਥੇ ਸੇਵਾ ਕੇਂਦਰ ਬੰਦ ਹੋਏ ਆ ਉਹ ਕੰਮ ਕਿੱਥੋਂ ਕਰਨੇ ਆ? ਉਹ ਡਾਕਟਰਾਂ ਨੇ ਸੇਵਾ ਕੇਂਦਰ ਦੇ ਹੁਣ ਫਾਰਮ ਭਰਨੇ ਆ ਤੇ ਸਾਰਾ ਕੰਮ ਕਰਨਾ ਹੈ। ਇਹਨਾਂ ਨੂੰ ਸਵਾਲ ਕਰੋ।
ਇੱਕ ਕਾਨੂੰਨ ਵਿਵਸਥਾ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਕਿ ਆਮ ਆਦਮੀ ਪਾਰਟੀ ਨੇ ਕਿ ਸਿਕਿਉਰਿਟੀ ਦੇ ਕਾਗਜ਼ ਕਿਵੇਂ ਲੀਕ ਕਰਵਾ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਬੜਾ ਘੇਰਿਆ ਗਿਆ। ਉਦੋਂ ਤਾਂ ਵਿਰੋਧੀ ਧਿਰ ਨਜ਼ਰ ਆਉਂਦੀ ਸੀ ਕਿਤੇ ਨਾ ਕਿਤੇ, ਪਰ ਹੁਣ ਕਾਂਗਰਸ ਨੂੰ ਆਪਣੇ ਪਏ ਹੋਏ ਆ ਕਿ ਆਪਣਾ ਕੋਈ ਮੰਤਰੀ ਫੜਿਆ ਗਿਆ ਸਾਬਕਾ ਤੇ ਉਸ ਦੇ ਲਈ ਧਰਨੇ ਲੱਗ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦਾ ਆਪਦਾ ਢਾਂਚਾ ਜਿਹੜਾ ਉਹ ਭੰਗ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਾਂ ਕੋਟਕਪੂਰਾ ਗੋਲੀकांड ਦੇ ਵਿੱਚ ਕਹਿੰਦੇ ਕਿ ਸੰਮਣ ਵੀ ਭੇਜੇ ਗਏ, ਹਾਲਾਂਕਿ ਬਾਅਦ ਵਿੱਚ ਕਲੀਅਰ ਹੋਇਆ ਕਿ ਸੰਮਣ ਕੋਈ ਮਿਲੇ ਨਹੀਂ ਸੀ, ਉਹਨਾਂ ਨੂੰ ਇੱਕ ਦਿਨ ਪਹਿਲਾਂ ਸੱਦਿਆ ਗਿਆ ਸੀ ਫੋਨ ਤੇ। ਇੱਕ ਗੱਲ ਮੈਨੂੰ ਇਹ ਸਮਝ ਨਹੀਂ ਆ ਰਹੀ, ਪਹਿਲੇ ਤਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਪੜ੍ਹੇ ਲਿਖੇ ਲੋਕ ਸ਼ਾਮਲ ਨੇ, ਡਾਕਟਰ, ਵਕੀਲ, ਪਤਾ ਨਹੀਂ ਹੋਰ ਕਿਹੜੇ ਕਿਹੜੇ ਇਹਨਾਂ ਨੇ ਸ਼ੋਸ਼ਾ ਛੱਡਿਆ ਹੋਇਆ ਸੀ ਨਾ ਵੀ ਅਸੀਂ ਪੜ੍ਹੇ ਲਿਖੇ ਬੰਦੇ ਰੱਖੇ ਆ ਆਪਣੀ ਪਾਰਟੀ 'ਚ। ਇਹਨਾਂ ਦੀ ਪਾਰਟੀ 'ਚ ਇੰਨਾ ਵੀ ਪੜ੍ਹਿਆ ਲਿਖਿਆ ਕੋਈ ਬੰਦਾ ਨਹੀਂ ਹੈਗਾ ਜਿਹਨੂੰ ਸੰਵਿਧਾਨ ਦਾ ਥੋੜ੍ਹਾ ਬਹੁਤ ਵੀ ਨਹੀਂ ਪਤਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਸੰਮਨ ਜਾਰੀ ਕਰ ਰਹੇ ਹੋ, ਜਿੰਨੀ ਦੇਰ ਤੱਕ ਕਿਸੇ ਨੂੰ ਪਰਸਨਲੀ ਉਹ ਸੰਮਨ ਨਹੀਂ ਰਿਸੀਵ ਹੁੰਦਾ, ਕੋਈ ਕਿਉਂ ਪੇਸ਼ ਹੋਏ? ਤੁਸੀਂ ਸੰਮਨ ਦਿਓ, ਜੇ ਸੰਮਨ ਰਿਸੀਵ ਹੋਣ ਤੋਂ ਬਾਅਦ ਕੋਈ ਨਹੀਂ ਆਉਂਦਾ ਤੁਹਾਡੀ ਤਾਂ ਇਹ ਪੁੱਠੀ ਸਿੱਧੀ ਬਿਆਨਬਾਜ਼ੀ ਬਣਦੀ ਹੈ। ਜਿਹੜੇ ਚੌਥੇ ਇੱਕ ਦਿਨ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਟਕਵਾਂਜ ਫੜਿਆ ਹੋਇਆ ਵਾ, ਉਹ ਬਹਿ ਜਾਂਦੇ ਸਾਰੇ ਜਾਣੇ ਇਕੱਠੇ ਹੋ ਕੇ ਮਜਮਾ ਲਾ ਲੈਂਦੇ ਆ। ਇਹ ਬਿਲਕੁਲ ਗਲਤ ਹੈ। ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਹੈ, ਜੇ ਉਹ ਸੱਚ ਆ ਵੀ ਉਹ ਚੀਜ਼ ਸੱਚ ਹੈ ਤਾਂ ਫਿਰ ਸਾਨੂੰ ਰਿਸੀਵ ਕਿਉਂ ਨਹੀਂ ਹੋਈ, ਕਿਉਂ ਨਹੀਂ ਭੇਜੀ ਗਈ? ਹੁਣ ਅਸੀਂ ਦੁਬਾਰਾ ਕਹਿ ਰਹੇ ਹਾਂ, ਉਹਨਾਂ ਨੇ ਈਵਨ ਕਿ SIT ਨੂੰ ਲਿਖ ਕੇ ਵੀ ਭੇਜਿਆ ਪ੍ਰਧਾਨ ਸਾਹਿਬ ਨੇ ਕਿ ਜੇ ਮੇਰੀ ਕਿਤੇ ਲੋੜ ਆ ਤੇ ਮੈਨੂੰ ਦੁਬਾਰਾ ਸੰਮਨ ਕਰੋ, ਮੈਨੂੰ ਪਰਸਨਲੀ ਸੰਮਨ ਮੈਨੂੰ ਰਿਸੀਵ ਹੋਣੇ ਚਾਹੀਦੇ ਆ। ਸੋਸ਼ਲ ਮੀਡੀਆ ਨੂੰ ਕੋਈ ਐਕਸੈਪਟ ਨਹੀਂ ਕਰਦਾ ਇਸ ਚੀਜ਼ ਨੂੰ, ਬੜਾ ਕੁਝ ਫੇਕ ਚੱਲਦਾ ਹੈ ਅੱਜ ਦੇ ਦੁਨੀਆ 'ਚ। ਤੇ ਜੇ ਹੁਣ ਆਉਣਗੇ ਸੰਮਨ, ਬੇਸ਼ੱਕ ਹੋ ਜਾਣਗੇ ਜੀ, ਬਿਲਕੁਲ। ਜਿੱਥੋਂ ਤੱਕ ਗੱਲ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਢਾਂਚਾ ਜਿਹੜਾ ਖੜਾ ਕਰਨ ਦੇ ਲਈ ਉਧਰ ਜ਼ੋਰ ਲਾ ਰਹੀ ਹੈ, ਪਰ ਜਿੱਥੇ ਸੱਤਾ ਧਿਰ ਨੂੰ ਉਸ ਤਰੀਕੇ ਨਾਲ ਘੇਰਨਾ ਚਾਹੀਦਾ, ਸਵਾਲ ਹੋਣੇ ਚਾਹੀਦੇ ਨੇ ਜਿੰਨੇ ਵੀ ਮੁੱਦਿਆਂ ਤੇ ਕੰਮ ਨਹੀਂ ਹੋ ਰਿਹਾ ਜਿਵੇਂ ਤੁਸੀਂ ਕਿਹਾ, ਤਾਂ ਫਿਰ ਉਹ ਸਵਾਲ ਕਦੋਂ ਹੋਣਗੇ ਜੇ ਆਪਣੇ ਢਾਂਚੇ ਦੇ ਵਿੱਚ ਹੀ ਉਲਝੇ ਰਹੇ? ਨਹੀਂ, ਢਾਂਚੇ 'ਚ ਅਸੀਂ ਉਲਝੇ ਨਹੀਂ ਆ। ਆਲਮੋਸਟ ਤਕਰੀਬਨ ਜਿੱਥੋਂ ਤੱਕ ਵੀ ਹੈ ਅੰਦਰ ਜੋ ਕੋਰ ਕਮੇਟੀਆਂ ਤੋਂ ਲੈ ਕੇ ਜੋ ਕੁਝ ਚੱਲ ਰਿਹਾ ਹੈ, ਉਹ ਸਾਰਾ ਪਾਰਟੀ ਦਾ ਕੁਝ ਆਪਣਾ ਵੀ ਹੁੰਦਾ ਜਿਹੜਾ ਹਰ ਚੀਜ਼ ਜਨਤਕ ਹੋ ਕੇ ਨਹੀਂ ਦੱਸੀ ਜਾਂਦੀ, ਜਦੋਂ ਹੋ ਜੇ ਉਦੋਂ ਹੀ ਦੱਸਣਾ ਲਾਜ਼ਮੀ ਹੁੰਦਾ ਹੈ। ਉਹ ਚੀਜ਼ਾਂ ਚੱਲ ਰਹੀਆਂ ਨੇ, ਬਟ ਅਸੀਂ ਐਜ਼ ਅ ਵਿਰੋਧੀ ਧਿਰ ਦਾ ਆਪਣਾ ਫਰਜ਼ ਤੇ ਨਿਭਾ ਹੀ ਰਹੇ ਹਾਂ। ਕਾਂਗਰਸ ਤਾਂ ਆਪਣੇ ਕਾਟੋ ਕਲੇਸ਼ 'ਚ ਫਸੀ ਹੋਈ ਹੈ। ਜੇ ਕੋਈ ਬੋਲ ਰਿਹਾ ਹੈ ਮੁੱਦਿਆਂ ਦੇ ਉੱਤੇ ਤਾਂ ਤੁਸੀਂ ਦੇਖੋ, ਨੋਟ ਕਰੋ, ਸਾਰੇ ਪਾਸੇ ਅਕਾਲੀ ਦਲ ਹੀ ਬੋਲ ਰਿਹਾ ਹੈ। ਔਰ ਜਿੱਥੋਂ ਤੱਕ ਕਿ ਟਰੋਲ ਵੀ ਸਾਨੂੰ ਹੀ ਆ ਕੇ ਕਰਦੇ ਆ, ਬਿਕੋਜ਼ ਅਸੀਂ ਬੋਲਦੇ ਹਾਂ। ਕਾਂਗਰਸ ਤਾਂ ਆਪਣੇ ਹੀ ਲੱਗੀ ਹੋਈ ਹੈ, ਉਹਨਾਂ ਦਾ ਜਿੰਨੀ ਦੇਰ ਆਪਣਾ, ਮੈਂ ਤਾਂ ਕਹਿੰਦੀ ਹਾਂ ਵੀ ਆਪਦਾ ਢਾਂਚਾ ਭੰਗ ਕਰਦੇ ਨੇ ਇੱਕ ਵਾਰ, ਤੇ ਉਹ ਵੀ ਥੋੜਾ ਜਿਹਾ ਆਪਣੇ ਵੱਲ ਧਿਆਨ ਦੇਣ। ਚਲੋ ਇਹ ਉਹਨਾਂ ਦਾ ਪਰਸਨਲ ਪਾਰਟੀ ਦਾ ਮੈਟਰ ਹੈ, ਸਾਨੂੰ ਹੱਕ ਨਹੀਂ ਬੋਲਣ ਦਾ, ਪਰ ਇੱਕ ਸਲਾਹ ਹੈ, ਕਿਉਂਕਿ ਉਹ ਵੀ ਸਾਨੂੰ ਬੜੀਆਂ ਫ੍ਰੀ ਦੀਆਂ ਸਲਾਹਾਂ ਦਿੰਦੇ ਰਹਿੰਦੇ ਨੇ ਆਏ ਦਿਨ ਇੰਟਰਨੈਟ ਤੇ ਇੱਕ ਸਲਾਹ ਹੈ ਮੇਰੇ ਵੱਲੋਂ ਵੀ। ਤੇ ਬਾਕੀ ਅਸੀਂ ਬੋਲ ਰਹੇ ਹਾਂ, ਜਿੰਨੇ ਮੌਕੇ ਮੁੱਦੇ ਹੁੰਦੇ ਆ, ਹਰ ਮੁੱਦੇ ਤੇ ਅਸੀਂ ਮੌਕੇ ਤੇ ਬੋਲਦੇ ਹਾਂ, ਬਿਲਕੁਲ ਬੋਲਦੇ ਹਾਂ। ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀ ਭਾਜਪਾ ਦੇ ਨਾਲ, ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕੈਂਸਰ ਹਸਪੀਟਲ ਦਾ ਜਿਹੜਾ ਉਦਘਾਟਨ ਦੀ ਗੱਲ ਹੋਈ, ਉਸ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਉਸੇ ਸਟੇਜ ਤੇ ਸਾਂਝੀ ਕਰ ਰਹੇ ਸੀ, ਉਹਨਾਂ ਨੇ ਮਾਫੀ ਮੰਗੀ ਕਿ ਪਿਛਲੀ ਵਾਰ ਜੋ ਹੋ ਗਿਆ ਜਦੋਂ ਕਾਂਗਰਸ ਦੀ ਸਰਕਾਰ ਸੀ, ਚੰਨੀ ਦੀ ਸਰਕਾਰ ਸੀ, ਉਸ ਨੂੰ ਲੈ ਕੇ ਬੜੀਆਂ ਦੋ ਰਾਏ ਜੀਆਂ ਚੱਲ ਰਹੀਆਂ। ਕੋਈ ਕਹਿ ਰਿਹਾ ਕਿ ਚੰਗਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਸਤਿਕਾਰ ਦੇਣਾ ਚਾਹੀਦਾ, ਕੋਈ ਕਹਿੰਦਾ ਮਾਫੀ ਮੰਗਣ ਦੀ ਕੀ ਲੋੜ ਸੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮਝ ਕੀ ਕਹਿੰਦੀ ਹੈ? ਭਗਵੰਤ ਮਾਨ ਸਾਹਿਬ ਨੇ ਕਲਾਕਾਰ ਪਹਿਲਾਂ ਨੇ, ਇਹ ਗੱਲ ਯਾਦ ਰੱਖਿਆ ਕਰੋ। ਆਪਾਂ ਭੁੱਲ ਜਾਂਦੇ ਹਾਂ ਉਹ ਮੁੱਖ ਮੰਤਰੀ ਆ, ਪਰ ਪਹਿਲਾਂ ਉਹਨਾਂ ਦਾ ਪਿਛੋਕੜ ਯਾਦ ਰੱਖਿਆ ਕਰੋ। ਕਲਾਕਾਰ ਨੇ, ਉਹ ਕਿਹੜੇ ਵੇਲੇ ਕਿਹੜੀ ਐਕਟਿੰਗ ਕਰ ਜਾਂਦੇ ਆ ਕਿਸੇ ਨੂੰ ਪਤਾ ਨਹੀਂ ਲੱਗਦਾ। ਉਹ ਇੰਨੇ ਕੁ ਵਧੀਆ ਕਲਾਕਾਰ ਹੈ, ਤਾਰੀਫ ਹੈ ਉਹਨਾਂ ਦੀ। ਜਿੱਥੋਂ ਤੱਕ ਹਸਪੀਟਲ ਜਿਹੜਾ ਹੈ ਕੈਂਸਰ ਦਾ ਹਸਪੀਟਲ, ਉਹਦਾ ਵੀ ਦੇਖੋ ਅੱਜ ਤੱਕ ਸਾਡੀਆਂ ਪ੍ਰਾਪਤੀਆਂ ਨਹੀਂ ਕਦੀ ਮੰਨਦੇ, ਹੁਣ ਉੱਥੇ ਜਾ ਕੇ ਰਿਬਨ ਕੱਟ ਰਿਹਾ। ਕੋਈ ਮਤਲਬ ਇਸ ਚੀਜ਼ ਨੇ, ਇੰਨੀ ਇਹਨਾਂ ਦੇ ਦੋਗਲੇ ਚਿਹਰੇ ਨੇ ਕਿ ਕਦੀ ਤਾਂ ਮੰਨੋ ਕਿ ਪੁਰਾਣੀਆਂ ਸਰਕਾਰਾਂ ਨੇ ਕੁਛ ਕੀਤਾ ਹੈ। ਅੱਜ ਜਿਨ੍ਹਾਂ ਦੇ ਤੁਸੀਂ ਰਿਬਨ ਕੱਟਣ ਜੋਗੇ ਹੋਏ ਹੋ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਦੋਂ ਮੁੱਖ ਮੰਤਰੀ ਸੀ, ਔਰ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ। ਉਦੋਂ ਉਹਨਾਂ ਚੀਜ਼ਾਂ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਉਹਨਾਂ ਦੀ ਸ਼ੁਰੂਆਤ ਹੋਈ, ਉਹਨਾਂ ਨੇ ਜ਼ਮੀਨ ਦੇ ਕੇ ਇੱਥੋਂ ਇਹਨੂੰ ਅਪਰੂਵ ਕਰਾਇਆ। ਅੱਜ ਉਹਦਾ ਜਦੋਂ ਉਦਘਾਟਨ ਪ੍ਰਧਾਨ ਮੰਤਰੀ ਕਰ ਰਹੇ ਨੇ ਤੇ ਰੀਬਨ ਕਟਾ ਰਹੇ ਨੇ, ਇਹਨਾਂ ਨੂੰ ਥੋੜਾ ਜਿਹਾ ਤੇ ਸ਼ਰੇ ਜਿਹੜਾ ਉਹਨਾਂ ਸਰਕਾਰਾਂ ਨੂੰ ਵੀ ਦੇਣਾ ਚਾਹੀਦਾ ਹੈ ਕਿ ਨਾ ਕਿ ਉਹਨਾਂ ਦੀ ਕਹਿ ਲਓ ਕਿ ਪ੍ਰਧਾਨ ਮੰਤਰੀ ਸਾਹਿਬ ਆਏ ਤੇ ਇਹਨਾਂ ਨੂੰ ਕੋਈ ਪੈਕੇਜ ਮੰਗਣਾ ਚਾਹੀਦਾ ਸੀ, ਸਗੋਂ ਉਹਨਾਂ ਦੇ ਕੋਲੋਂ ਜਾਂ ਇਹ ਸਿਰਫ ਤਾਰੀਫਾਂ ਕਰ ਕੇ ਇਹਨਾਂ ਨੇ ਉਹਨਾਂ ਨੂੰ ਤੋੜ ਦਿੱਤਾ। ਜਦੋਂ ਕਿ ਐਡਾ ਵੱਡਾ ਮੌਕਾ ਹੁੰਦਾ ਹੈ ਜਦੋਂ ਪ੍ਰਧਾਨ ਮੰਤਰੀ ਕਿਸੇ ਸਟੇਟ ਦੇ ਵਿੱਚ ਆਉਂਦਾ ਹੈ ਨਾ, ਉਸ ਸਟੇਟ ਲਈ ਇਹ ਇੱਕ ਬੜਾ ਮਤਲਬ ਕਿ ਇੱਕ ਗੁੱਡ ਲੱਕ, ਇੱਕ ਚਾਂਸ ਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਕੋਲੋਂ ਆਪਦੀ ਕੋਈ ਜੋ ਵੀ ਤੁਹਾਡੇ, ਸਾਡੇ ਤਾਂ ਮਸਲੇ ਹੀ ਇੰਨੇ ਆ, ਇਹਨਾਂ ਨੂੰ ਕੁਝ ਵੀ ਯਾਦ ਨਹੀਂ ਆਇਆ, ਸਿਰਫ ਤਾਰੀਫਾਂ ਦੇ ਇਹਨਾਂ ਨੇ ਪੁੱਲ ਬੰਨ੍ਹ ਦਿੱਤੇ ਆ। ਬਾਕੀ ਠੀਕ ਹੈ, ਜਦੋਂ ਪੁਰਾਣੀ ਸਰਕਾਰ ਕਾਂਗਰਸ ਵੇਲੇ ਉਹ ਹੋਇਆ ਜੋ ਉਹਨਾਂ ਦੇ ਨਾਲ ਮਿਸਬਿਹੇਵ ਇੱਥੇ ਹੋਇਆ ਸੀਗਾ, ਉਹ ਬਹੁਤ ਗਲਤ ਚੀਜ਼ ਸੀਗੀ। ਪਰ ਆਪਾਂ ਹੁਣ ਪ੍ਰੈਜ਼ੈਂਟ 'ਚ ਤੇ ਫਿਊਚਰ 'ਚ ਗਾਂ ਕੀ ਕਰਨਾ, ਇਹਦੇ ਵੱਲ ਹੁਣ ਧਿਆਨ ਦਈਏ। ਇਹ ਤਾਂ ਜਿਸ ਤਰ੍ਹਾਂ ਹਰ ਚੀਜ਼ ਵੈਸੇ ਵੀ 70 ਸਾਲ ਪਿੱਛੇ ਲੈ ਜਾਂਦੇ ਆ, ਕੋਈ ਗੱਲ ਕਰ ਲਓ ਇਹਨਾਂ ਨਾਲ ਕੁਛ ਜਵਾਬ ਹੁੰਦਾ ਨਹੀਂ ਹੈ। ਔਰ ਇਹਨਾਂ ਦੇ ਤਾਂ ਬੁਲਾਰੇ ਅੱਜ ਕੱਲ੍ਹ ਮੈਂ ਉਸ ਦਿਨ ਡਿਬੇਟ 'ਚ ਸੀ, ਇਹਨਾਂ ਦੇ ਬੁਲਾਰੇ ਹੀ ਨਹੀਂ ਆਉਂਦੇ ਡਿਬੇਟ ਦੇ ਵਿੱਚ। ਹੋਰ ਦੱਸੋ, ਆਮ ਆਦਮੀ ਪਾਰਟੀ ਦੇ ਜਵਾਬ ਹੀ ਕੋਈ ਨਹੀਂ ਹੈਗਾ, ਤੇ ਹੁਣ ਇੱਥੋਂ ਤੁਸੀਂ ਆਪ ਸੋਚੋ ਕਿ ਕੀ ਹੈ, ਇਹਨਾਂ ਦੇ ਪੱਲੇ ਕੁਛ ਨਹੀਂ ਹੈ।
ਮੇਰਾ ਇੱਕ ਇਸੇ ਨਾਲ ਜੁੜਿਆ ਹੋਰ ਸਵਾਲ ਹੈ ਕਿ ਆਮ ਆਦਮੀ ਪਾਰਟੀ ਇਸ਼ਤਿਹਾਰਾਂ ਦੀ ਤੁਸੀਂ ਸ਼ੁਰੂ ਤੋਂ ਗੱਲ ਕੀਤੀ ਕਿ ਇਸ਼ਤਿਹਾਰਬਾਜ਼ੀ ਬਹੁਤ ਲੰਮੀ ਹੈ। ਉਹ ਉਹਨਾਂ ਦੇ ਮੰਤਰੀ ਤੇ ਇੱਥੋਂ ਤੱਕ ਕਹਿੰਦੇ ਆ, ਜਦੋਂ ਅਸੀਂ ਸਵਾਲ ਕਰੀਦਾ ਕਹਿੰਦੇ ਜੇ ਚੰਗਾ ਕੰਮ ਕੀਤਾ ਜੇ ਪ੍ਰਚਾਰਨ ਵਿੱਚ ਉਹਦੇ 'ਚ ਮਾੜਾ ਕੀ ਹੈ, ਅਸੀਂ ਤਾਂ ਪ੍ਰਚਾਰਾਂਗੇ ਕਿਉਂਕਿ ਪਿਛਲਿਆਂ ਨੇ ਕੀਤਾ ਨਹੀਂ, ਅਸੀਂ ਚੰਗਾ ਕੀਤਾ ਅਸੀਂ ਕਰਾਂਗੇ ਪ੍ਰਚਾਰ। ਨਹੀਂ, ਚੰਗੇ ਕੰਮ ਨੂੰ ਪ੍ਰਚਾਰ ਕਰਨ ਦੀ ਲੋੜ ਕੀ ਹੈ? ਜਦੋਂ ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ ਤੁਹਾਨੂੰ, ਲੋਕੀ ਤੁਹਾਨੂੰ ਇੰਨਾ ਚੰਗਾ ਸਮਝ ਰਹੇ ਸੀ, ਤੇ ਫਿਰ ਲੋਕਾਂ ਦੇ ਅੱਗੇ ਤੁਸੀਂ ਦੁਬਾਰਾ ਬਾਰ-ਬਾਰ ਇੱਕ ਆਰਟੀਫੀਸ਼ੀਅਲ ਚੰਗਾ ਬਣ ਕੇ ਕਿਉਂ ਦਿਖਾ ਰਹੇ ਹੋ? ਜੇ ਤੁਸੀਂ ਚੰਗੇ ਹੋ ਤੁਹਾਨੂੰ ਸਾਬਤ ਨਹੀਂ ਕਰਨਾ ਪੈਂਦਾ, ਚੰਗਾ ਇਨਸਾਨ ਨੂੰ ਸਾਬਤ ਨਹੀਂ ਕਰਨਾ ਪੈਂਦਾ ਕਿ ਉਹ ਚੰਗਾ ਹੈ, ਉਹਦੀ ਚੰਗਿਆਈ ਆਪੇ ਦਿਖਦੀ ਹੈ। ਔਰ ਤੁਸੀਂ ਜਿਹੜੇ ਇਸ਼ਤਿਹਾਰ ਦੇ ਰਹੇ ਹੋ, ਮੈਨੂੰ ਇਹ ਸਮਝ ਨਹੀਂ ਆ ਰਹੀ, ਜਾਂ ਤੇ ਹੋਵੇ ਨਾ ਸਾਡੇ ਕੋਲ ਬੜਾ ਸਰਪਲਸ ਸਾਡਾ ਚੱਲ ਰਿਹਾ, ਇਕਨੋਮੀ ਬੜੀ ਵਧੀਆ ਚੱਲ ਰਹੀ ਹੋਵੇ ਪੰਜਾਬ ਦੀ, ਤੇ ਤੁਸੀਂ ਇਹ ਚੀਜ਼ਾਂ ਦੇ ਖਰਚੇ ਕਰਦੇ ਵੀ ਚੰਗੇ ਲੱਗਦੇ ਹੋ। ਇਸ ਟਾਈਮ ਹੁਣ ਮੈਂ ਵੀ ਮੁੱਦਾ ਮੈਂ ਕਹਿਣਾ ਚਾਹੂੰਗੀ ਕਿ ਜਿਹੜਾ ਲੰਪੀ ਸਕਿਨ ਜਿਹੜਾ ਗਾਵਾਂ ਮੱਝਾਂ ਦੇ ਵਿੱਚ ਚੱਲ ਰਿਹਾ ਹੈ, ਉਹ ਕਿਸਾਨ ਉਹ ਡੇਅਰੀ ਉਤਪਾਦਨ ਜਿਹੜਾ ਉਹਦੇ ਨਾਲ ਪ੍ਰਭਾਵਿਤ ਹੋਇਆ ਹੈ। ਇੱਕ ਵਾਰ ਕੋਈ ਇਹਨਾਂ ਦੀ ਮਜਾਲ ਹੈ ਕਿਸੇ ਨੇ ਇਹਨਾਂ ਨੇ 1 ਰੁਪਈਆ ਵੀ ਉਹਨਾਂ ਨੂੰ ਕਿਤੇ ਜਾਰੀ ਕੀਤਾ ਹੋਵੇ ਕਿ ਉਹਨਾਂ ਨੂੰ ਬਜਟ ਦੀ ਇਸ ਟਾਈਮ ਬਜਟ ਦੇ ਵਿੱਚੋਂ ਇਹ ਰੱਖਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਤੇ ਇਹਨਾਂ ਨੇ ਦਿੱਤਾ ਕੁਛ ਨਹੀਂ, ਮੂੰਗੀ ਬਿਜਵਾ ਕੇ ਉਹਨਾਂ ਦੇ ਨਾਲ ਧੋਖਾ ਕੀਤਾ, ਉਹ ਵਿਚਾਰੇ ਮੰਡੀਆਂ 'ਚ ਰੋਲ ਕੇ ਤੇ ਉਹ ਘਰਾਂ ਨੂੰ ਆ ਗਏ। ਹੁਣ ਆ ਜਿਹੜੇ ਵਿਚਾਰੇ ਸਾਡੇ ਗਾਵਾਂ ਮੱਝਾਂ ਜਿਹੜੀਆਂ ਲੰਪੀ ਸਕਿਨ ਦਾ ਸ਼ਿਕਾਰ ਹੋ ਰਹੀਆਂ ਨੇ, ਜਿਹਦੇ ਨਾਲ ਡੇਅਰੀ ਦਾ ਕੰਮ ਪ੍ਰਭਾਵਿਤ ਹੋ ਰਿਹਾ, ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹਨਾਂ ਦੇ ਸਾਰ ਲਈਏ ਜਾ ਕੇ? ਤੇ ਪਰ ਕੋਈ ਨਹੀਂ, ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ, ਤੇ ਇਸ਼ਤਿਹਾਰ ਜੇ ਦੇਣੇ ਆ ਤੇ ਉਹ ਤੇ ਗਲਤ ਹੈ ਨਾ। ਫਿਰ ਜੇ ਤੁਸੀਂ ਕੁਝ ਕੰਮ ਹੋਰ ਵੀ ਕਰ ਰਹੇ ਹੋ, ਵਧੀਆ ਕੰਮ ਕਰ ਰਹੇ ਹੋ, ਤੇ ਇਸ਼ਤਿਹਾਰ ਤੁਸੀਂ ਕਰਦੇ ਵੀ ਚੰਗੇ ਲੱਗਦੇ ਹੋ, ਪਰ ਇਸ ਤਰੀਕੇ ਦੇ ਨਾਲ ਤੁਸੀਂ ਖਜ਼ਾਨਾ ਜਿਹੜਾ ਲਟਾ ਰਹੇ ਹੋ, ਪਿੱਛੇ ਬਚਿਆ ਕੀ ਹੈ ਕਿ ਜਿਹੜਾ ਤੁਸੀਂ ਹੁਣ ਇਸ਼ਤਿਹਾਰਾਂ ਤੇ ਲਾ ਕੇ ਤੁਸੀਂ ਕਰ ਰਹੇ ਹੋ? ਜਿਹੜੇ ਲੋਕੀ ਥੋੜੀ ਜਾਨ ਨੂੰ ਰੋ ਰਿਹਾ, ਉਹਨਾਂ ਨੂੰ ਜਾਰੀ ਕਰੋ, ਥੋੜੇ ਜਿਹੇ ਫੰਡ ਜਾਰੀ ਕਰੋ, ਫਿਰ ਤੁਹਾਨੂੰ ਨਕਲੀ ਇਸ਼ਤਿਹਾਰਬਾਜ਼ੀ ਐਡ ਨਹੀਂ ਕਰਨੀ ਪਏਗੀ। ਜੇ ਤੁਸੀਂ ਲੋਕਾਂ ਦਾ ਭਲਾ ਕਰੋਗੇ, ਲੋਕਾਂ ਨੇ ਤੁਹਾਨੂੰ ਆਪ ਹੀ ਸਿਰ ਤੇ ਚੁੱਕਣਾ। ਪਰ ਇਹ ਤੁਹਾਨੂੰ ਇਸ਼ਤਿਹਾਰਾਂ ਦੀ ਲੋੜ ਇਸ ਲਈ ਪੈ ਰਹੀ ਹੈ ਕਿਉਂਕਿ ਜਿੱਥੇ ਪੈਸੇ ਲਾਉਣੇ ਆ ਉੱਥੇ ਤੁਸੀਂ ਨਹੀਂ ਲਾ ਰਹੇ, ਇਹ ਸੱਚਾਈ ਹੈ ਜੀ। ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਉਹ ਲੀਡਰ ਰੂਪਕੌਰ ਸੰਧੂ, ਜਿਨ੍ਹਾਂ ਨੇ ਵਿਵਾਕੀ ਦੇ ਨਾਲ ਇਹਨਾਂ ਗੱਲਾਂ ਦੇ ਉੱਤੇ ਸਵਾਲ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਨੂੰ ਕੀ ਕਰਨਾ ਚਾਹੀਦਾ ਹੈ ਔਰ ਕੀ ਨਹੀਂ ਕਰਨਾ ਚਾਹੀਦਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਇੰਟਰਨਲ ਮਸਲਿਆਂ ਦੇ ਉੱਤੇ ਉਹਨਾਂ ਦੀ ਆਪਣੀ ਸਮਝ ਹੈ, ਪਰ ਸਿਆਸੀ ਤੌਰ ਤੇ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਔਰ ਪ੍ਰਚਾਰ ਆ ਜਿਹੜਾ ਉਹ ਠੋਕ ਵਜਾ ਕੇ ਤਾਂ ਕੀਤਾ ਜਾ ਰਿਹਾ, ਪਰ ਜਿਨ੍ਹਾਂ ਮਸਲਿਆਂ ਤੇ ਕੰਮ ਹੋਣਾ ਚਾਹੀਦਾ ਉਹ ਕਦੋਂ ਹੋਵੇਗਾ? ਔਰ ਖਾਸ ਕਰਕੇ ਵਿਧਾਇਕ ਜੀਵਨਜੋਤ ਕੌਰ ਦੇ ਨਾਲ ਇਹਨਾਂ ਦਾ ਕੀ ਵਿਵਾਦ ਰਿਹਾ, ਪਰਚੇ ਕਰਾਏ ਗਏ, ਉਹਨਾਂ ਵਿੱਚੋਂ ਇਹ ਬਰੀ ਕਿਵੇਂ ਹੁੰਦੇ ਨੇ, ਇਹ ਸਾਰੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਵਾ ਗਿਆ, ਧੰਨਵਾਦ।